ਅੱਜ भी ਜਿਹੜੇ ਮਨੋਰੋਗੀ ਨੇ ਹੁਣ ਤਾਂ ਥੋੜੀ ਥੋੜੀ ਸਾਡੇ 'ਚ ਚੇਤਨਤਾ ਆ ਰਹੀ ਹੈ, ਪਰ ਅਕਸਰ ਮਨੋਰੋਗੀ ਦਾ ਇਲਾਜ ਜੇ ਅਸੀਂ 10-15 ਸਾਲ ਪਿੱਛੇ ਚਲੇ ਜਾਈਏ ਨਾ, ਅਸੀਂ ਦਵਾਈਆਂ ਨਹੀਂ ਸੀ ਦਿੰਦੇ ਕਿਉਂਕਿ ਜ਼ਿਆਦਾਤਰ ਸਾਨੂੰ ਸਾਈਕੋਲੋਜਿਸਟ ਜਾਂ ਸਾਈਕੈਟ੍ਰਿਕ ਦਾ ਪਤਾ ਨਹੀਂ ਸੀ ਹੁੰਦਾ। ਅਸੀਂ ਅਕਸਰ ਉਹਨੂੰ ਬਾਬਿਆਂ ਦੇ ਕੋਲ ਲੈ ਕੇ ਤੁਰ ਪੈਂਦੇ ਸੀ ਕਿ ਮਨੋਰੋਗੀ ਹੈ, ਕਿਸੇ ਜੰਤਰ ਮੰਤਰ ਵਾਲੇ ਦੇ ਕੋਲ, ਕਿਸੇ ਟੂਣੇ ਟਾਮਾਣੇ ਵਾਲੇ ਦੇ ਕੋਲ, ਕਿਸੇ ਵਹਿਮਾਂ ਭਰਮਾਂ ਵਾਲੇ ਬਾਬੇ ਦੇ ਕੋਲ ਲੈ ਕੇ ਚਲੇ ਜਾਣਾ। ਮਾਂ ਨੇ ਵੀ ਆਪਣੇ ਬੱਚੇ ਦੀ ਇਸ ਮਨੋਰੋਗ ਦੀ ਦਸ਼ਾ ਨੂੰ ਤੱਕ ਕੇ ਬੜੇ ਬਾਬਿਆਂ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ, ਪਰ ਬੱਚੇ ਦੀ ਇਸ ਮਨੋਰੋਗ ਦੀ ਦਸ਼ਾ ਦੇ ਵਿੱਚ ਕੋਈ ਸੁਧਾਰ ਨਾ ਹੋਇਆ। ਅਖੀਰ ਉਸ ਇਲਾਕੇ ਦੇ ਵਿੱਚ ਬੈਰਾਗੀਆਂ ਦਾ ਬੜਾ ਪ੍ਰਚਾਰ ਸੀ। ਹੁਣ ਜਿਹੜਾ ਬੈਰਾਗੀਆਂ ਦਾ ਪ੍ਰਚਾਰ ਹੈ, ਇਹਦੇ ਵਾਸਤੇ ਜੇਕਰ ਤੁਸੀਂ 1620-22 ਚਲੇ ਜਾਓ ਤੇ ਜਿਹੜਾ ਸ਼੍ਰੀ ਚੰਦ ਹੈ ਗੁਰੂ ਨਾਨਕ ਸਾਹਿਬ ਦਾ ਬੇਟਾ, ਉਹਨੇ ਵੀ ਉਸ ਇਲਾਕੇ ਦੇ ਵਿੱਚ ਕਾਫੀ ਭ੍ਰਮਣ ਕੀਤਾ। ਇਸ ਦਾ ਸਾਨੂੰ ਪ੍ਰਮਾਣ ਇਤਿਹਾਸ 'ਚ ਮਿਲਦੇ ਨੇ। ਇਹਦਾ ਮਤਲਬ ਕਿ ਉਹਨਾਂ ਇਲਾਕਿਆਂ ਦੇ ਵਿੱਚ ਵੈਰਾਗੀ ਤੇ ਉਦਾਸੀ ਪ੍ਰਚਾਰ ਵਾਸਤੇ ਨਿਕਲਦੇ ਸੀ, ਤੇ ਵੈਰਾਗੀਆਂ ਦੀਆਂ ਅਖਾੜਿਆਂ ਦੇ ਵਿੱਚ ਆਪਣੀਆਂ ਬਹੁਤ ਲੜਾਈਆਂ ਹੁੰਦੀਆਂ ਸੀ, ਅਖਾੜਿਆਂ ਦੇ ਉੱਪਰ, ਕਬਜ਼ੇ ਦੇ ਉੱਪਰ। ਔਰ ਉਹ ਜਿਹੜੀਆਂ ਲੜਾਈਆਂ ਹੁੰਦੀਆਂ ਸੀ ਆਪਣੇ ਆਪਣੇ ਅਖਾੜੇ ਦੇ ਉੱਪਰ ਕਬਜ਼ਾ ਕਰਨ ਦੇ ਵਾਸਤੇ, ਉਹਨਾਂ ਸਮਿਆਂ ਦੇ ਵਿੱਚ ਇਹ ਜਿਹੜੇ ਵੈਰਾਗੀ ਸੀ ਇਹ ਵੀ ਤੀਰ ਅੰਦਾਜ਼ੀ ਦੇ ਮਾਹਰ ਹੋਇਆ ਕਰਦੇ ਸੀ। ਖੈਰ, ਜਾਨਕੀ ਪ੍ਰਸਾਦ ਇਸ ਪਿੰਡ ਦੇ ਵਿੱਚ ਆਇਆ। ਮਾਂ ਆਪਣੇ ਬੱਚੇ ਨੂੰ ਲੈ ਕੇ ਕੋਲ ਗਈ ਕਿ ਤੁਸੀਂ ਪਹੁੰਚੇ ਹੋਏ ਸਾਧੂ ਲੱਗਦੇ ਹੋ, ਤੁਹਾਡੇ ਕੋਲ ਗਿਆਨ ਹੈ। ਮੇਰਾ ਬੱਚਾ ਇਸ ਅਵਸਥਾ ਦੇ ਵਿੱਚ ਹੈ ਕਿ ਸਾਰਾ ਦਿਨ ਚੁੱਪ ਰਹਿੰਦਾ ਹੈ, ਮਨੋਰੋਗ ਦੀ ਅਵਸਥਾ। ਜਾਨਕੀ ਪ੍ਰਸਾਦ ਨੇ ਕਿਹਾ ਕਿ ਬੱਚਾ ਸਾਨੂੰ ਦੇ ਦਿਓ। ਜਾਨਕੀ ਪ੍ਰਸਾਦ ਉਸ ਬੱਚੇ ਨੂੰ ਨਾਲ ਲੈ ਕੇ ਆਪਣੇ ਮੂਲ ਡੇਰੇ ਰਾਮ ਥੰਮਣ ਲੈ ਗਿਆ। ਹੁਣ ਖਿਆਲ ਕਰੋ, ਇੱਥੋਂ ਬੰਦਾ ਸਿੰਘ ਬਹਾਦਰ ਦਾ ਸਿੱਖ ਧਰਮ ਦੇ ਨਾਲ ਜੁੜਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਉਦੋਂ ਉਹ ਲਛਮਣ ਦੇਵ ਹੈ। ਵੈਰਾਗੀਆਂ ਦੀ ਪ੍ਰਥਾ ਦੇ ਮੁਤਾਬਕ ਉਸ ਦਾ ਨਾਮਕਰਨ ਕੀਤਾ ਜਾਂਦਾ ਹੈ, ਮਾਧੋ ਦਾਸ। ਉਸ ਨੂੰ ਵੈਰਾਗੀ ਬਣਾ ਲਿਆ ਜਾਂਦਾ ਹੈ ਤੇ ਉਹਨੂੰ ਲਿਜਾਇਆ ਜਾਂਦਾ ਹੈ ਰਾਮ ਥੰਮਣ, ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਵਿੱਚ। ਤੇ ਜਿਹੜਾ ਰਾਮ ਥੰਮਣ ਹੈ, ਉਹ ਗੁਰੂ ਨਾਨਕ ਸਾਹਿਬ ਦੀ ਮਾਸੀ ਲੱਖੋ ਦਾ ਸਪੁੱਤਰ ਸੀ, ਜਿਹਦੀ ਯਾਦ ਦੇ ਵਿੱਚ ਉੱਥੇ ਅੱਜ ਵੀ ਡੇਰਾ ਬਣਿਆ ਹੋਇਆ ਤੇ ਉਹਦੇ ਡੇਰੇ ਦਾ ਮੁਖੀ ਸੀ ਜਾਨਕੀ ਪ੍ਰਸਾਦ। ਇਸ ਦਾ ਮਤਲਬ ਕਿ ਕਿਤੇ ਨਾ ਕਿਤੇ ਉੱਥੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਚਾਨਣ ਸੀ। ਤੇ ਇਹ 11-12 ਸਾਲ ਦਾ ਨੌਜਵਾਨ ਜਾਨਕੀ ਪ੍ਰਸਾਦ ਦੇ ਡੇਰੇ ਦੇ ਵਿੱਚ ਰਿਹਾ। ਉਸ ਤੋਂ ਅਗਲੇ ਸਾਲ ਵਿਸਾਖੀ ਦਾ ਮੇਲਾ ਲੱਗਦਾ ਸੀ ਤੇ ਮੇਲਿਆਂ ਦੇ ਉੱਪਰ ਅੱਜ ਵਰਗਾ ਮਾਹੌਲ ਨਹੀਂ ਸੀ ਹੁੰਦਾ। ਵੱਖ-ਵੱਖ ਥਾਵਾਂ ਤੋਂ ਵੈਰਾਗੀਆਂ ਤੇ ਉਦਾਸੀਆਂ ਦੀਆਂ ਮੰਡਲੀਆਂ ਆਉਂਦੀਆਂ ਸੀ ਤੇ ਧਰਮ ਦੀ ਚਰਚਾ ਕਰਦੀਆਂ ਸੀ। ਤੁਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਜਿੰਨੀਆਂ ਵੀ ਗੋਸ਼ਟਾਂ ਵੇਖੋਗੇ, ਚਾਹੇ ਅਚਲ ਬਟਾਲੇ ਦੀ ਗੋਸ਼ਟ ਹੈ, ਉਹ ਕਿਸੇ ਨਾ ਕਿਸੇ ਮੇਲੇ ਦੇ ਉੱਪਰ ਹੁੰਦੀ ਸੀ। ਕਿਸੇ ਨਾ ਕਿਸੇ ਦਿਨ ਨੂੰ ਮਿੱਥ ਕੇ ਉਸ ਜਗ੍ਹਾ ਤੇ ਪਹੁੰਚਿਆ ਜਾਂਦਾ ਸੀ। ਇੱਥੇ ਇੱਕ ਉਦਾਸੀਆਂ ਦਾ ਗੁਰੂ ਆਇਆ, ਉਹਦੀ ਔਰ ਜਾਨਕੀ ਪ੍ਰਸਾਦ ਦੀ ਆਪਸ ਦੇ ਵਿੱਚ ਚਰਚਾ ਹੋਈ ਹੈ। ਹੁਣ ਇਹ ਜਿਹੜਾ ਗੁਰੂ ਹੈ, ਉਸ ਦੇ ਕੋਲ ਗਿਆਨ ਬਹੁਤ ਹੈ। ਇਹਦਾ ਨਾਮ ਹੈ ਸਮਰੱਥ ਰਾਮਦਾਸ। ਸਮਰੱਥ ਰਾਮਦਾਸ ਦੀ ਤੇ ਜਾਨਕੀ ਪ੍ਰਸਾਦ ਦੀ ਆਪਸ ਦੇ ਵਿੱਚ ਚਰਚਾ ਹੋਈ। ਇਹ ਜਿਹੜਾ ਮਾਧੋ ਦਾਸ ਹੈ, ਇਹ 12 ਸਾਲ ਦੀ ਉਮਰ ਦੇ ਵਿੱਚ ਬੈਠਾ ਉਸ ਚਰਚਾ ਨੂੰ ਸੁਣ ਰਿਹਾ ਹੈ। ਉਸ ਚਰਚਾ ਦੇ ਵਿੱਚ ਇਹਦਾ ਗੁਰੂ ਜਾਨਕੀ ਪ੍ਰਸਾਦ ਹਾਰ ਗਿਆ, ਸਮਰੱਥ ਰਾਮਦਾਸ ਜਿੱਤ ਗਿਆ। ਹੁਣ ਕੁਦਰਤੀ ਬੱਚੇ ਦੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਇਆ ਕਿ ਜੇਕਰ ਮੈਂ ਘਰ ਦਾ ਤਿਆਗ ਹੀ ਕਰਨਾ ਹੈ ਤੇ ਕਿਉਂ ਨਾ ਫਿਰ ਮੈਂ ਉਸ ਗੁਰੂ ਦਾ ਚੇਲਾ ਬਣਾ ਜਿਸ ਦੇ ਕੋਲ ਗਿਆਨ ਜ਼ਿਆਦਾ ਹੈ। ਹੁਣ ਅਗਲੀ ਗੱਲ ਫਿਰ ਆ ਜਾਂਦੀ ਹੈ ਕਿ ਰਾਮਦਾਸ ਸਮਰੱਥ ਦੇ ਕੋਲ ਇੰਨਾ ਗਿਆਨ ਕਿਵੇਂ ਆਇਆ। ਹੁਣ ਸਮਰੱਥ ਰਾਮਦਾਸ ਜਿਹੜਾ ਹੈ, ਉਹਦੇ ਜੀਵਨ ਦੀ ਇੱਕ ਮਰਾਠੀ ਭਾਸ਼ਾ ਦੀ ਕਿਤਾਬ ਹੈ, ਹੇਮਤ ਸਵਾਮੀ ਦੀ ਲਿਖੀ ਹੋਈ ਕਿਤਾਬ ਦਾ ਨਾਮ ਹੈ ਪੱਖਰ ਸਵਾਮੀ ਰਾਮਦਾਸ। ਮਰਾਠੀ ਭਾਸ਼ਾ ਦੇ ਵਿੱਚ ਖਬਰਾਂ ਦੇ ਸੰਗ੍ਰਹਿ ਨੂੰ ਪੱਖਰ ਕਿਹਾ ਜਾਂਦਾ ਹੈ। ਉਸ ਦੇ ਵਿੱਚ ਉਹਨਾਂ ਦੇ ਜੀਵਨ ਦੀਆਂ ਖਬਰਾਂ ਨੇ ਤੇ ਉਹ ਸਾਡੇ ਕੋਲ ਇਤਿਹਾਸ ਦਾ ਪਹਿਲਾ ਸਰੋਤ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਮਰੱਥ ਰਾਮਦਾਸ ਦੇ ਕੋਲ ਇੰਨਾ ਗਿਆਨ ਕਿੱਥੋਂ ਆਇਆ। ਆਪ ਨੂੰ ਯਾਦ ਹੋਵੇਗਾ, ਯੂਪੀ ਦੇ ਵਿੱਚ ਨਾਨਕ ਮਤਾ ਸਾਹਿਬ ਅਸਥਾਨ, ਤੇ ਨਾਨਕ ਮਤਾ ਸਾਹਿਬ ਤੋਂ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵਾਪਸ ਪੰਜਾਬ ਨੂੰ ਆ ਰਹੇ ਨੇ ਤੇ ਜਿਹੜਾ ਗੜਵਾਲ ਵਾਲਾ ਸ਼੍ਰੀਨਗਰ ਹੈ, ਇੱਥੇ ਮੁਲਾਕਾਤ ਹੋਈ ਹੈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਔਰ ਸਵਾਮੀ ਰਾਮਦਾਸ ਦੀ 1631 ਦੇ ਵਿੱਚ। ਤੇ ਉੱਥੇ ਉਸਨੇ ਸਵਾਲ ਕੀਤਾ ਸੀ ਕਿ ਇਹ ਕੌਣ ਨੇ, ਆਪਣੇ ਚੇਲੇ ਨੂੰ ਪੁੱਛਦਾ ਇਹ ਕੌਣ ਨੇ। ਉਸਨੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਚੱਲੇ ਆ ਰਹੇ ਸਿੱਖਾਂ ਨੂੰ ਪੁੱਛ ਕੇ ਜਵਾਬ ਦਿੱਤਾ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਨੇ। ਕਹਿੰਦਾ ਮੈਂ ਮਿਲਣਾ ਚਾਹੁੰਦਾ।
ਛੇਵੇਂ ਪਾਤਸ਼ਾਹ ਨੂੰ ਆ ਕੇ ਮਿਲਿਆ ਤੇ ਇੱਕ ਇਸ ਨੇ ਸਵਾਲ ਕੀਤਾ ਛੇਵੇਂ ਪਾਤਸ਼ਾਹ ਨੂੰ। ਹੁਣ ਉਸ ਸਵਾਲ ਦੇ ਵਿੱਚ ਇੱਕ ਬਹੁਤ ਗੂੜੀ ਗੱਲ ਹੈ, ਬੜੀ ਡੂੰਘੀ ਗੱਲ ਹੈ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਨੇ ਸਵਾਲ ਕੀਤਾ ਛੇਵੇਂ ਪਾਤਸ਼ਾਹ ਨੂੰ, ਸਮਰੱਥ ਰਾਮਦਾਸ ਨੇ, ਕਹਿੰਦਾ ਕਿ ਗੁਰੂ ਨਾਨਕ ਨੇ ਤੇ ਸੰਸਾਰ ਦਾ ਤਿਆਗ ਕੀਤਾ ਸੀ, ਤੁਸੀਂ ਸ਼ਸਤਰਧਾਰੀ ਸੂਰਮੇ ਹੋ, ਤੁਸੀਂ ਆਪਣੇ ਨਾਲ ਕਿਰਪਾਨਧਾਰੀ ਤੇਗਬੰਦ ਸੂਰਮੇ ਲੈ ਕੇ ਫਿਰ ਰਹੇ ਹੋ। ਗੁਰੂ ਨਾਨਕ ਸਾਹਿਬ ਨੇ ਤੇ ਸੰਸਾਰ ਦਾ ਤਿਆਗ ਕੀਤਾ ਸੀ। ਹੁਣ ਇਹ ਸਵਾਲ ਕੋਈ ਸਾਡੇ ਸਾਹਮਣੇ ਵੀ ਕਵੇ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਸ਼ਬਦਾਂ ਦੀ ਜਿਹੜੀ ਡੂੰਘਾਈ ਅਸੀਂ ਸਮਝ ਨਹੀਂ ਸਕਾਂਗੇ, ਪਰ ਛੇਵੇਂ ਪਾਤਸ਼ਾਹ ਦੇ ਜਵਾਬ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਿਓ। ਛੇਵੇਂ ਪਾਤਸ਼ਾਹ ਕਹਿੰਦੇ ਨੇ, ਸਮਰੱਥ ਰਾਮਦਾਸ, ਤੈਨੂੰ ਇਲਮ ਨਹੀਂ, ਤੈਨੂੰ ਸੱਚਾਈ ਦਾ ਪਤਾ ਨਹੀਂ। ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਨਹੀਂ ਬਲਕਿ ਸੰਸਾਰ ਦੇ ਵਿੱਚ ਰਹਿੰਦਿਆਂ ਮਾਇਆ ਦਾ ਤਿਆਗ ਕੀਤਾ ਸੀ। ਇਹ ਗੱਲ ਸਮਝਣ ਵਾਲੀ ਹੈ। ਉਹਦਾ ਸਵਾਲ ਹੈ ਕਿ ਗੁਰੂ ਨਾਨਕ ਨੇ ਸੰਸਾਰ ਦਾ ਤਿਆਗ ਕੀਤਾ ਸੀ, ਤੁਸੀਂ ਸ਼ਸਤਰ ਪਹਿਨੇ ਨੇ। ਤੇ ਛੇਵੇਂ ਪਾਤਸ਼ਾਹ ਕਹਿੰਦੇ ਨੇ, ਸਮਰੱਥ ਰਾਮਦਾਸ, ਤੇਰੇ ਕੋਲ ਗਿਆਨ ਦੀ ਘਾਟ ਹੈ, ਤੂੰ ਗੱਲ ਨੂੰ ਸਮਝ ਨਹੀਂ ਸਕਿਆ। ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਨਹੀਂ ਬਲਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੀ ਮਾਇਆ ਦਾ ਤਿਆਗ ਕੀਤਾ ਹੀ। ਇਹੀ ਸਾਡਾ ਸਿੱਖੀ ਦਾ ਅਸੂਲ ਹੈ, ਅੰਜਨ ਮਹੇ ਨਿਰੰਜਨ ਰਹੀਏ। ਅੰਜਨ ਮਾਇਆ ਹੈ, ਨਿਰੰਜਨ ਮਾਇਆ ਤੋਂ ਰਹਿਤ, ਕਿ ਮਾਇਆਵੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਰੂਹਾਨੀਅਤ ਦੇ ਨਾਲ ਜੁੜੇ ਰਹਿਣਾ ਤੇ ਮਾਇਆਤ ਨੂੰ ਛੱਡ ਦੇਣਾ, ਰਬਾਨੀਅਤ ਤੇ ਰੂਹਾਨੀਅਤ ਨੂੰ ਅਪਣਾ ਲੈਣਾ। ਇਹੀ ਤਾਂ ਗੁਰੂ ਸਾਹਿਬ ਦਾ ਉਪਦੇਸ਼ ਹੈ। ਫਿਰ ਉਸ ਦਾ ਅਗਲਾ ਸਵਾਲ ਹੈ, ਤੁਸੀਂ ਸ਼ਸਤਰ ਕਿਉਂ ਪਹਿਨੇ ਨੇ? ਤੇ ਗੁਰਦੇਵ ਪਾਤਸ਼ਾਹ ਦਾ ਜਵਾਬ ਤੁਸੀਂ ਸਾਰੇ ਤਕਰੀਬਨ ਸਿੱਖ ਸਰੋਤਾਂ ਦੇ ਵਿੱਚ ਪੜ੍ਹਿਆ ਹੋਵੇਗਾ, ਸ਼ਸਤਰਨ ਗਰੀਬ ਕੀ ਰੱਛਿਆ, ਜਰਵਾਣੇ ਕੀ ਪੱਖਿਆ। ਇਹ ਸ਼ਸਤਰ ਨਾ ਤਾਂ ਵਿਖਾਵੇ ਵਾਸਤੇ ਨੇ, ਨਾ ਕਿਸੇ ਨੂੰ ਡਰਾਉਣ ਦੇ ਵਾਸਤੇ ਨੇ, ਨਾ ਕਿਸੇ ਨੂੰ ਧਮਕਾਉਣ ਦੇ ਵਾਸਤੇ ਨੇ। ਇਹਨਾਂ ਸ਼ਸਤਰਾਂ ਨੂੰ ਪਹਿਨਣ ਦਾ ਪ੍ਰਯੋਜਨ ਤਾਂ ਇੰਨਾ ਹੈ ਕਿ ਗਰੀਬ ਦੀ ਰੱਖਿਆ ਕਰਨੀ ਤੇ ਜ਼ਾਲਮ, ਜਿਹੜਾ ਜ਼ਾਲਮ ਹੈ, ਜ਼ੁਲਮ ਕਰਨ ਵਾਲਾ, ਉਸ ਨੂੰ ਦੰਡ ਦੇਣਾ। ਇਹੀ ਸਾਡੀ ਸਿੱਖ ਮਰਿਆਦਾ ਦੇ ਵਿੱਚ ਸ਼ਸਤਰ ਦੀ ਪਰੰਪਰਾ ਹੈ। ਇਹ ਨਾ ਕਿਸੇ ਨੂੰ ਡਰਾਉਣ ਦੇ ਵਾਸਤੇ ਨੇ, ਨਾ ਕਿਸੇ ਨੂੰ ਧਮਕਾਉਣ ਦੇ ਵਾਸਤੇ। ਉਸ ਸਮੇਂ ਮਰਾਠੀ ਭਾਸ਼ਾ ਦੇ ਵਿੱਚ ਇਹਦਾ ਜਵਾਬ ਦਿੱਤਾ ਹੈ ਸਵਾਮੀ ਰਾਮਦਾਸ ਨੇ, ਕਹਿੰਦਾ, ਇਹਾਂ ਬਾਤ ਮੇਰੇ ਮਨ ਭਾਵਤੀ ਹੈ। ਕਿ ਤੁਹਾਡੀ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਹੈ ਕਿ ਕਿਤੇ ਵੀ ਜ਼ੁਲਮ ਨੂੰ ਬਚਾਉਣ ਦੇ ਵਾਸਤੇ ਤੇ ਜ਼ਾਲਮ ਨੂੰ ਦਬਾਉਣ ਦੇ ਵਾਸਤੇ ਸ਼ਸਤਰ ਦੀ ਲੋੜ ਹੁੰਦੀ ਹੈ। ਔਰ ਇਹੀ ਪਰਿਭਾਸ਼ਾ ਉਸਨੇ ਜਾ ਕੇ ਸ਼ਿਵਾਜੀ ਮਰਾਠੇ ਨੂੰ ਦੱਸੀ ਹੈ। ਇਹ ਜਿਹੜਾ ਸਵਾਮੀ ਰਾਮਦਾਸ ਹੈ, ਸ਼ਿਵਾਜੀ ਮਰਾਠੇ ਦਾ ਧਾਰਮਿਕ ਗੁਰੂ ਸੀ। ਹੁਣ ਤੁਸੀਂ ਵੇਖੋ, ਇਹਦਾ ਮਤਲਬ ਇਹ ਕਿ ਬੰਦਾ ਬਹਾਦਰ ਦਾ ਜਨਮ ਦੇ ਵੇਲੇ ਲక్ష్మణ ਦੇਵ ਤੋਂ ਮਾਧੋ ਦਾਸ ਬਣਾਉਣ ਵਾਲਾ ਗੁਰੂ ਜਾਨਕੀ ਪ੍ਰਸਾਦ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਜਾਣਦਾ ਹੈ। ਤੇ ਜਿਹੜਾ ਉਸ ਦਾ ਬਾਅਦ ਦੇ ਵਿੱਚ ਗੁਰੂ ਬਣਿਆ ਸਮਰੱਥ ਰਾਮਦਾਸ, ਜਿਸ ਦੇ ਨਾਲ ਇਹ ਜਿਹੜਾ ਮਾਧੋ ਦਾਸ ਹੈ ਇਹ ਚਲਾ ਗਿਆ ਪੰਚਵਟੀ ਦੇ ਸਥਾਨ ਤੇ ਨੰਦੇੜ, ਉਹ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਜਾਣੂ ਹੈ। ਤੀਸਰੀ ਗੱਲ, ਇਹ ਘਟਨਾ 1674 ਦੀ ਹੈ। ਜਦੋਂ ਸਵਾਮੀ ਰਾਮਦਾਸ ਦੇ ਨਾਲ ਜਾਣ ਤੋਂ ਬਾਅਦ ਇਹ ਵਾਪਸ ਪੰਜਾਬ ਦੇ ਇਲਾਕੇ ਦੇ ਵਿੱਚ ਆਇਆ ਤੇ ਤੁਹਾਨੂੰ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਦੀ ਲਿਖੀ ਹੋਈ, ਉਹਦਾ ਜੇਕਰ ਤੁਹਾਨੂੰ ਸਭ ਤੋਂ ਪਹਿਲਾ ਖਰੜਾ ਜਾਂ ਉਸ ਤੋਂ ਬਾਅਦ ਜਿਹੜਾ 1882 ਤੋਂ 87 ਦੇ ਵਿੱਚ ਛਪਿਆ ਹੈ, ਉਹਨੂੰ ਪੜ੍ਹਨ ਦਾ ਮੌਕਾ ਮਿਲੇ ਤੇ ਤੁਹਾਨੂੰ ਇੱਕ ਸਬੂਤ ਉਹਦੇ ਵਿੱਚ ਹੋਰ ਮਿਲੇਗਾ। ਉਹ ਇਹ ਹੈ ਕਿ ਆਨੰਦਪੁਰ ਸਾਹਿਬ ਵੈਰਾਗੀਆਂ ਦਾ ਇੱਕ ਟੋਲਾ ਆਇਆ। ਇਹ ਜਿਹੜੀ ਘਟਨਾ ਹੈ, ਇਹ ਘਟਨਾ 1690 ਦੀ ਹੈ। ਆਨੰਦਪੁਰ ਸਾਹਿਬ ਵੈਰਾਗੀਆਂ ਦਾ ਇੱਕ ਟੋਲਾ ਆਇਆ ਤੇ ਉਹਨਾਂ ਵੈਰਾਗੀਆਂ ਦਾ ਮੁਖੀ ਮਾਧੋ ਦਾਸ ਤੀਰ ਅੰਦਾਜ਼ੀ ਦੇ ਵਿੱਚ ਬੜਾ ਮਾਹਰ ਸੀ। ਇਸ ਦਾ ਮਤਲਬ ਕਿ ਮਾਧੋ ਦਾਸ ਜਿਸ ਵੇਲੇ ਉਦਾਸੀ ਬਣਿਆ ਸੀ, ਉਸ ਵੇਲੇ ਵੀ ਗੋਬਿੰਦ ਰਾਏ, ਜਿਹੜੇ ਉਦੋਂ ਗੋਬਿੰਦ ਰਾਏ ਨੇ, ਗੁਰੂ ਗੋਬਿੰਦ ਸਿੰਘ ਨਹੀਂ ਬਣੇ 1690 ਦੇ ਵਿੱਚ, ਉਦੋਂ ਇੱਕ ਮੁਲਾਕਾਤ ਹੋ ਚੁੱਕੀ ਹੈ। ਅਗਲੀ ਗੱਲ, ਅਗਲੇਰੀ ਮੁਲਾਕਾਤ ਦੀ ਗੱਲ, ਇਸ ਦਾ ਜ਼ਿਕਰ ਆਉਂਦਾ ਹੈ ਸਰੂਪ ਸਿੰਘ ਕੌਸ਼ਿਸ਼ ਦੀਆਂ ਭੱਟਵਈਆਂ ਦੇ ਵਿੱਚ, ਜਿਨ੍ਹਾਂ ਦਾ ਆਧਾਰ ਜਿਹੜਾ ਭੱਟ ਅੱਖਰੀ ਹੈ, ਉਹਦੇ ਵਿੱਚ ਅਗਲੀ ਮੁਲਾਕਾਤ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਰੈਣੇ ਦੇ ਸਥਾਨ ਦੇ ਉੱਪਰ ਦਾਦੂ ਰਾਮ ਦੀ ਕਬਰ ਦੇ ਉੱਪਰ ਜਿਹੜੀ ਘਟਨਾ ਵਾਪਰਦੀ ਹੈ ਤੇ ਉਦੋਂ ਜੈਤ ਰਾਮ ਨੂੰ ਮਿਲਦੇ ਨੇ, ਤੇ ਜੈਤ ਰਾਮ ਜਦੋਂ ਗੁਰੂ ਸਾਹਿਬ ਨੂੰ ਕਹਿੰਦਾ ਹੈ ਕਿ ਤੁਸੀਂ ਪੰਚਵਟੀ ਦੇ ਸਥਾਨ ਦੇ ਅੱਗੇ ਨਾ ਜਾਇਓ, ਕਿਉਂਕਿ ਉੱਥੇ ਇੱਕ ਮਾਧੋ ਦਾਸ ਨਾਮ ਦਾ ਜੋਗੀ ਰਹਿੰਦਾ ਹੈ ਜਿਹੜਾ ਆਏ ਗਏ ਅਭਿਆਗਤ ਦੀ ਬੇਇੱਜ਼ਤੀ ਕਰਦਾ ਹੈ। ਤੇ ਉੱਥੇ ਗੁਰੂ ਸਾਹਿਬ ਦਾ ਜਵਾਬ ਹੈ,
ਅਸੀਂ ਮਾਧੋ ਦਾਸ ਨੂੰ ਕਨਖਲ ਵਿਖੇ ਪਹਿਲਾਂ ਵੀ ਮਿਲ ਚੁੱਕੇ ਹਾਂ। ਇਹਦਾ ਮਤਲਬ ਮੁਲਾਕਾਤ ਕਨਖਲ ਵੀ ਹੋ ਚੁੱਕੀ ਹੈ। ਤੇ ਕਨਖਲ ਗੁਰੂ ਸਾਹਿਬ ਕਦੋਂ ਆਏ ਸੀ? ਹਰਿਦੁਆਰ ਦੇ ਕੋਲ ਜਦੋਂ ਗੁਰੂ ਸਾਹਿਬ ਡੇਹਰਾਦੂਨ ਮਸੰਦਾਂ ਨੂੰ ਸੋਧਣ ਤੋਂ ਬਾਅਦ ਵਾਪਸ ਆ ਰਹੇ ਸੀ। ਉਹਨਾਂ ਸਰੋਤਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਨਖਲ ਰੁਕੇ ਤੇ ਉਸ ਅਸਥਾਨ ਦੇ ਉੱਪਰ ਇੱਕ ਵੈਰਾਗੀਆਂ ਦੇ ਮੁਖੀ ਦੇ ਨਾਲ ਗੁਰੂ ਸਾਹਿਬ ਦੀ ਵਾਰਤਾਲਾਪ ਹੋਈ। ਸੋ ਇਹ ਚਾਰ ਇਤਿਹਾਸ ਦੇ ਸਾਡੇ ਕੋਲ ਅਹਿਮ ਸਬੂਤ ਨੇ ਕਿ 11 ਸਾਲ ਦੀ ਉਮਰ ਦੇ ਵਿੱਚ ਘਰ ਛੱਡਣ ਤੋਂ ਬਾਅਦ ਇਹ ਮਾਧੋ ਦਾਸ ਵੈਰਾਗੀ ਜਿੱਥੇ ਜਿੱਥੇ ਵੀ ਰਿਹਾ ਕਿਤੇ ਨਾ ਕਿਤੇ ਸਿੱਖ ਵਿਚਾਰਧਾਰਾ ਦੇ ਨਾਲ ਜੁੜਿਆ ਰਿਹਾ। ਇਹ ਮੈਂ ਗੱਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਇਹ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਲੋਕ ਅੱਜ ਵੀ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲ ਕਰਦੇ ਨੇ ਕਿ ਉਹਨੇ ਇੱਕ ਹਿੰਦੂ ਵੈਰਾਗੀ ਹੋਣ ਦੇ ਰੂਪ ਦੇ ਵਿੱਚ ਸਿੱਖਾਂ ਦੇ ਗੁਰੂ ਦੇ ਬੱਚਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਇਹ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਉਹ ਪਹਿਲਾਂ ਹੀ ਗੁਰੂ ਦੀ ਵਿਚਾਰਧਾਰਾ ਤੋਂ ਜਾਣੂ ਸੀ।